अस्सलाम वालेकुम वरहमतुल्लाहि वबरकातुहू। दोस्तों उम्मीद करना तुसी खैरियत नाल होवोगे। दोस्तों तुसी देख रहे हो इन्फो टीवी ते मैं हाँ अब्दुल मन्नान कमर। दोस्तों जिस तरह के अगे भी मुख्तलिफ किस्म दियाँ वीडियो लैके मालूमात लैके तुहाडे को हाज़र होईदा। अज असी घिया कद्दू दे मुतलक जिहड़ा ना मालूमात लैके तुहाडे को हाज़र होए हैं। साडे नाल इस टाइम मौजूद ने भाई मोहम्मद अशरफ साहब और हाफज मोहम्मद हारून साहब। इंशाल्लाह असी घिया कद्दू के मुतलक अज तुहानू मुकम्मल मालूमात देंगे किस तरह ये बीजा जाता है, किन्ने एरिए च किन्ना बी लगता वे ते किन्ना खर्चा आंदा और एदी फरोख्त किस तरह होंदी है, एदी कमीशन किस तरह हासिल की जाती है, किस तरह तुसी इहदे तो पैसा कमा सकते जे। तो दोस्तों ये चीज़ों की मालूमात वास्ते तुसी साडी ये वीडियो अज दी मुकम्मल वेखो। तो अगर तुसी हुण तक साडे चैनल नू सबसक्राइब नहीं किया तो साडे चैनल नू सबसक्राइब कर लो और नाल घंटी वाला बटन ज़रूर दबाया जे। इहदे नाल साडी हर आने वाली वीडियो तुहाडे तक पहुँच जाएगी। तो दोस्तों आओ अज चलने अपने भाई मोहम्मद अशरफ साहब दे कोल, उन्होंने सवाल करने इस घिए दे मुतलक और तुहाडे तक इन्फॉर्मेशन सारी पहुँचाते हैं। अस्सलाम वालेकुम। वालेकुम सलाम भाईजान की हाल चाल? ठीक अल्लाह ठाक दा हो? शुक्र है, तुसी सुनाओ जी। अल्हम्दुलिल्लाह। अच्छा भाईजान ये फरमाओ कि तुसी घिया लाया है जी ते एदी की अपना किस तरीके दे नाल एदी काश्त कीती जांदी, किहड़े महीने च इहनूं बीजदे जे? ये पहले महीने च जी एदी काश्त हो जाती है जनवरी च? जनवरी च। अच्छा जी। उस तो बाद तकरीबन 2 महीने बाद शुरू हो जाता है टुटना, 2 महीने बाद फल देना शुरू फल देना शुरू हो जाता है। तो एदा बीज जिहड़ा ना वो फिर ਇਹ ਕਿੰਨੀ ਦੇਰ ਬਾਅਦ ਯਾਨੀ ਕਿ ਤੁਸੀਂ ਕਿਸ ਤਰ੍ਹਾਂ ਬੀ ਮਿਲਦੇ ਨੇ ਜਾਂ ਇਹਦੀ ਕੋਈ ਪਨੀਰੀ ਲਾਣੀ ਪੈਂਦੀ ਹੈ? ਬੀ ਮਿਲਦੇ ਨੇ ਜੀ ਇਹਦਾ ਬੀ ਮਿਲਦਾ ਵੇ? ਹਾਂਜੀ। ਬੀ ਕਿਹੜਾ ਇਹਦੀਆਂ ਕੋਈ ਕਿਸਮਾਂ ਹੁੰਦੀਆਂ ਮੁxtਲਫ? ਹਾਂਜੀ ਮੁxtਲਿਫ ਕਿਸਮਾਂ ਹੁੰਦੀਆਂ ਨੇ ਜੀ ਇਹਦੀਆਂ, ਮੁxtਲਿਫ ਮੁਲਕਾਂ ਦਾ ਬੀਜ ਹੈ। ਮੁxtਲਿਫ ਮੁਲਕਾਂ ਦਾ ਬੀ ਹੈ ਤੇ ਕਿੱਥੋਂ ਬੀ ਇਹਦਾ ਹਾਸਲ ਕੀਤਾ ਜਾ ਸਕਦਾ? ਇਹਦਾ ਕਿਸੇ ਵੀ ਮਾਰਕੀਟ ਚੋਂ ਹਾਸਲ ਮਾਰਕੀਟ ਜਿੱਥੋਂ ਬੀ ਵਗੈਰਾ ਮਿਲਦੇ ਨੇ, ਖਾਦਾਂ ਵਗੈਰਾ ਵਾਲੀਆਂ ਦੁਕਾਨਾਂ ਤੋਂ ਉੱਥੋਂ ਵੀ ਮਿਲ ਜਾਂਦਾ। ਮਾਰਕੀਟ ਜ਼ਰੀ ਜਿਹੜੇ ਨੇ ਸਟੋਰ ਹੁੰਦੇ ਨੇ ਉਹਨਾਂ ਤੋਂ ਮਿਲ ਜਾਂਦਾ ਇਹਨਾਂ ਦੇ ਬੀ। ਘੀਆ ਦਾ ਬੀ ਇਹਦਾ ਲਾਉਣ ਦਾ ਤਰੀਕਾਕਾਰ ਇਹਨੂੰ ਜਨਵਰੀ ਦੇ ਅੰਦਰ ਤੁਸੀਂ ਦੱਸਿਆ ਕਿ ਇਹਨੂੰ ਕਾਸ਼ਤ ਕੀਤਾ ਜਾਂਦਾ, ਲਾਇਆ ਜਾਂਦਾ ਵੇ। ਤੇ ਇਹ ਕਿਸ ਤਰ੍ਹਾਂ ਕੋਈ ਪੈਲੀ ਸਿੱਧੀ ਵਾਹ ਕੇ ਲਾਉਂਦੇ ਜੇ ਜਾਂ किस तरीके दे नाल इहनूं? ये पहले पैली दी तैयारी कीती जांदी है, फिर इहदे च खेलियां बनाई जांदियां ने। तैयारी तो मुराद यानी कि मुकम्मल वाह के इहनूं तैयार कीता जांदा, अच्छी तरह नरम कर लिया जांदा। अच्छा। फिर इहदे च खेलियां बनाई जांदियां ने, एक तार च रख के बराबर मुनासब। अच्छा। 10 तो 10 फुट दी, यानी कि तकरीबन 10 फुट दा वाया होना चाहिए। 10 फुट दे वाये ते तुसी जेहड़ी ਇਹ खेलियां ਉਹ ਵਿੱਚ ਖਾਲ ਬਣਾ ਦਿੰਦੇ? ਹਾਂਜੀ ਖਾਲ ਬਣਾ ਦਿੱਤਾ ਜਾਂਦਾ ਜਿਹਦੇ ਚ ਪਾਣੀ ਵਗੈਰਾ ਲਾਉਣਾ, ਜਿਹਦੇ ਚ ਪਾਣੀ ਲਾਣਾ ਤੇ ਬੀ ਲਾਣਾ। ਤੇ ਬੀ ਖੇਲੀਆਂ ਦੇ ਚਾਰ ਸਵੇਰੇ ਲਾਉਂਦੇ ਜੇ? ਹਾਂਜੀ ਖੇਲੀਆਂ ਦੇ ਦੋਨੋਂ ਤਰਫ ਲੱਗਦਾ ਜੀ। ਜਿਹੜੀ ਖੇਲੀ ਹੈ ਉਹਦੀ ਸਾਈਡ ਦੇ ਉੱਤੇ? ਹਾਂਜੀ ਸਾਈਡ ਦੇ ਉੱਤੇ ਬੀ ਲੱਗਦਾ, ਕੋਨੇ ਦੇ ਉੱਤੇ ਲਾਈ ਜਾਂਦੇ ਜੇ? ਠੀਕ ਹੈ। ਤੇ ਉਹਨੂੰ ਫਿਰ ਖਾਦ ਵਗੈਰਾ ਵੀ ਨਾਲ ਪਾਣੀ ਹੁੰਦੀ ਹੈ ਜਾਂ ਸਿਰਫ ਬੀ ਲਾਣਾ ਹੁੰਦਾ? ਖਾਦ ਵੀ ਇੱਕ ਇੱਕ ਕਰਕੇ ਖਾਦ ਵੀ ਜ਼ਰੂਰੀ ਹੈ ਪਾਣਾ। ਅੱਛਾ ਬੀ ਇੱਕ ਇੱਕ ਕਰਕੇ ਇੱਕ ਇੱਕ ਬੀ ਕਰਕੇ ਲੱਗਦਾ। ਮਸ਼ੀਨੀ ਤਰੀਕਾ ਜਾਂ ਹੱਥ ਦੇ ਨਾਲ? ਹੱਥ ਨਾਲ ਹੀ ਲੱਗਦਾ, ਮਸ਼ੀਨੀ ਤਰੀਕਾ ਹਾਲੇ ਤੱਕ ਯਾਦ ਨਹੀਂ ਹੋਇਆ, ਬਾਹਰ ਦੇ ਮੁਲਕਾਂ 'ਚ ਹੋ ਸਕਦਾ। ਅੱਛਾ ਅੱਛਾ। ਤੇ ਇਹ ਦੱਸੋ ਇਹ ਜਿਹੜਾ ਹੁਣ ਬੀ ਤੁਸੀਂ ਲਾਉਂਦੇ ਹੋ ਇੱਕ ਇੱਕ ਕਰਕੇ, ਜਗ੍ਹਾ ਨਰਮ ਹੋ ਗਈ, ਉਹਦੀਆਂ ਕੇਲੀਆਂ ਬਣ ਗਈਆਂ ਤੁਹਾਡੇ, ਤੇ ਉਹਨੂੰ ਤੁਸੀਂ ਲਾਉਣ ਤੋਂ ਬਾਅਦ ਉਹ ਇੱਕ ਇੱਕ ਬੀ ਉਂਝ ਉੱਤੇ ਰੱਖ ਦੇਣਾ, ਉੱਤੇ ਮਿੱਟੀ ਵੀ ਪਾਣੀ ਹੁੰਦੀ ਹੈ? ਹਾਂਜੀ ਮਿੱਟੀ ਪਾਣੀ ਹੁੰਦੀ ਹੈ, ਮਿੱਟੀ ਤੋਂ ਬਗੈਰ ਤੇ ਉਗਦਾ ਨਹੀਂ। ਹਾਂ ਉਹਦੇ ਉੱਤੇ ਯਾਨੀ ਕਿ ਬੀਜ ਲਾ ਕੇ ਜ਼ਮੀਨ ਨਰਮ ਕਰਕੇ ਉਹਦੀਆਂ ਸਾਈਡਾਂ ਜਿਹੜੀਆਂ ਖਾਲੀਆਂ ਬਣਾ ਕੇ, ਤੇ ਉਹ ਖਾਲੀਆਂ ਬਣਾਉਣ ਤੋਂ ਬਾਅਦ ਇਹ ਜਿਹੜਾ ਨਾ ਜੀ ਉਹਦੇ ਸਾਈਡਾਂ ਦੇ ਉੱਤੇ ਬੀ ਲਾਇਆ ਜਾਂਦਾ ਹੈ। ਤੇ ਉਹ ਬੀ ਜਿਹੜਾ ਉਹਦੇ ਨਾਲ ਹੀ ਖਾਦ ਪਾਈ ਦੀ ਹੈ ਜੀ? ਹਾਂਜੀ ਖਾਦ ਉਹਦੇ ਪਹਿਲੇ ਪਾ ਲਈ ਦੀ। ਅੱਛਾ ਉਸ ਜਿਹੜੀ ਖਾਲੀਆਂ ਜਿਹੜੀਆਂ ਬਣਾਈ ਦੀਆਂ ਉਹਦੇ ਕਿਨਾਰਿਆਂ ਦੇ ਉੱਤੇ ਜਿਹੜਾ ਨਾ ਖਾਦ ਬਿਲਕੁਲ ਕਿਨਾਰਿਆਂ ਤੇ ਪਹਿਲਾਂ ਨਾਲ ਪਾ ਲਈ ਦੀ ਹੈ, ਛੱਟਾ ਦੇ ਕੇ ਜਾਂ ਕਿ ਨਹੀਂ ਵੈਸੇ ਹੀ ਹੱਥਾਂ ਨਾਲ ਪੈ ਜਾਂਦੀ? ਵੈਸੇ ਹੀ ਹੱਥਾਂ ਨਾਲ, ਯਾਨੀ ਕਿ ਜਿਸ ਤਰ੍ਹਾਂ ਚੂੜੀਆਂ ਦੇ ਨਾਲ ਖਿਲਾਰੀ ਜਾਂਦੀ ਹੈ। ਲਓ ਜੀ ਉਹਦੇ ਜਿੱਥੇ ਜਿੱਥੇ ਤੁਸੀਂ ਬੀਜ ਲਾਣਾ ਨਾ ਜੀ ਖਾਦ ਉਹਨੂੰ ਖਿਲਾਰ ਦੇਣੀ ਹੈ, ਤੇ ਉਹ ਬੀਜ ਉਸ ਜਗ੍ਹਾ ਤੇ ਜਿਹੜਾ ਨਾ ਖਾਦ ਉੱਤੇ ਬਾਅਦ ਚੋਂ ਬੀਜ ਲਗਾ ਦੇਣਾ ਹੈ ਖਾਦ ਖਿਲਾਰਨ ਤੋਂ ਬਾਅਦ, ਇਸ ਤਰ੍ਹਾਂ ਹੀ ਹੈ ਜੀ? ਹਾਂਜੀ। ਤੇ ਉਹ ਫਿਰ ਜਿਹੜੀ ਵੱਲ ਹੈ ਉਹਦੇ ਉੱਤੇ ਕੋਈ ਬਾਅਦ ਚੋਂ ਕੋਈ ਚੀਜ਼ ਦੇਣੀ ਹੁੰਦੀ ਹੈ ਜਾਂ ਕਿ ਨਹੀਂ ਉਹਦੇ ਤੇ ਕੋਈ ਚੀਜ਼ ਛਾਪਰ ਪਾ ਦੇ? ਛਾਪਰ ਪਾਈਦਾ ਹਾਂਜੀ, ਕਿਉਂਕਿ ਮੌਸਮ ਸਰਮਾ ਹੁੰਦਾ ਛਾਪਰ ਲਾਜ਼ਮੀ ਹੁੰਦਾ। ਸਰਦੀ ਦੀ ਵਜ੍ਹਾ ਤੋਂ ਤਾਂ ਕਿ ਫਲ ਜਿਹੜਾ ਨਾ ਖਰਾਬ ਨਾ ਹੋਏ, ਵੱਲ ਜਿਹੜਾ ਪੌਦਾ ਨਰਮ ਹੁੰਦਾ ਹੈ ਤੇ ਉਹ ਸੜ ਜਾਂਦਾ ਨਾ ਫਿਰ। ਹਾਂਜੀ बर्फ की वजह ਉਹ ਛਾਪਰ ਕਿਸ ਤਰ੍ਹਾਂ ਫਿਰ ਪਾਉਂਦੇ? ਉਂਝ ਹੀ ਡਾਇਰੈਕਟ ਉੱਤੇ ਪਾ ਦਿੰਦੇ ਨੇ? ਹਾਂਜੀ ਸਰੀਆ ਲਗਾ ਕੇ ਉੱਤੇ, ਸਰੀਆ ਲਾ ਕੇ ਸ਼ੈੱਡ ਬਣਾ ਕੇ ਉੱਤੇ, ਤੇ ਉਹਦੇ ਉੱਤੇ ਜਿਹੜਾ ਨਾ ਇਹ ਛਾਪਰ ਪਾ ਕੇ ਤੇ ਉਹਨੂੰ ਜਿਹੜਾ ਨਾ ਕਵਰ ਕਰ ਲਿਆ ਜਾਂਦਾ ਤਾਂ ਕਿ ਸਰਦੀ ਵਗੈਰਾ ਤੋਂ ਮਹਿਫੂਜ਼ ਰਹੇ ਬਾਕੀ ਜਿਹੜਾ ਨਾ। ਸਹੀ।
ਤੇ ਇਹਨੂੰ 2 ਮਾਹ ਬਾਅਦ ਦੱਸਿਆ ਫਲ ਲੱਗ ਜਾਂਦਾ? 2 ਮਹੀਨੇ ਬਾਅਦ ਇਹਨੂੰ ਫਲ ਲੱਗ ਜਾਂਦਾ। ਅੱਛਾ, ਇਹਦੀ ਵੱਲ ਇੱਕ ਜਿਹੜੀ ਇਹ ਕਿੰਨੀ ਕੁ ਲੰਬੀ ਹੋ ਜਾਂਦੀ ਹੈ? ਇਹ ਤਕਰੀਬਨ 10 ਫੁੱਟ ਦਾ ਵਾਇਆ 10 ਫੁੱਟ ਤੇ ਚਲੀ ਜਾਂਦੀ ਹੈ। 10 ਫੁੱਟ ਤੱਕ ਵੱਲ ਚਲੀ ਜਾਂਦੀ ਹੈ। ਇੱਕ ਕਿੱਲੇ ਵਾਸਤੇ 1 ਏਕੜ ਵਾਸਤੇ ਕਿੰਨਾ ਬੀਜ ਲੱਗਦਾ ਹੈ ਇਹਦਾ? ਇਹ 400 ਗ੍ਰਾਮ ਲੱਗ ਜਾਂਦਾ ਤਕਰੀਬਨ। 400 ਗ੍ਰਾਮ। ਇਹ ਕਿਸ ਤਰ੍ਹਾਂ ਬੀਜ ਮਿਲਦਾ? ਕੋਈ ਖੁੱਲਾ ਮਿਲਦਾ ਜਾਂ ਤੋੜ ਕੇ ਜਾਂ ਪੈਕਟ? 50 ਗ੍ਰਾਮ ਦਾ ਪੈਕਟ। 50 ਗ੍ਰਾਮ ਦਾ ਪੈਕਟ ਹੁੰਦਾ। ਉਹਦੇ 'ਚ ਕਿੰਨੇ ਕੁ ਬੀਜ ਹੁੰਦੇ ਨੇ? ਉਹਦੇ 'ਚ ਗਿਣੇ ਨੇ ਕਦੇ 1000 ਹੁੰਦਾ, ਕਦੇ 800 ਨਿਕਲ ਆਉਂਦਾ। ਕੋਈ ਮੋਟਾ ਹੁੰਦਾ ਵੀ, ਕੋਈ ਬਰੀਕ ਹੁੰਦਾ। ਸਹੀ, ਯਾਨੀ 50 ਗ੍ਰਾਮ ਦਾ ਜਿਹੜਾ ਨਾ ਇੱਕ ਪੈਕਟ ਹੁੰਦਾ ਤੇ ਉਹ ਤੁਹਾਡੇ ਟੋਟਲ ਜਿਹੜਾ ਨਾ 400 ਗ੍ਰਾਮ ਯਾਨੀ 8 ਪੈਕਟ ਲੱਗ ਜਾਂਦੇ ਨੇ 1 ਕਿੱਲੇ ਦੇ ਅੰਦਰ। ਤੇ ਇੱਕ ਨਾਲ 'ਚ ਯਾਨੀ 1 ਪੈਕਟ ਹੋ ਗਿਆ। ਹਾਂਜੀ, 1 ਪੈਕਟ ਇੱਕ ਨਾਲ। ਠੀਕ ਹੈ। ਤੇ ਉਹ ਕਿੰਨੇ ਫਾਸਲੇ ਦੇ ਉੱਤੇ ਜਿਹੜਾ ਨਾ ਬੀਜ ਲਾਉਂਦੇ ਜੇ? ਤਕਰੀਬਨ ਫੁੱਟ ਦੇ ਫਾਸਲੇ ਤੇ ਲੱਗਦਾ। 1 ਫੁੱਟ ਦੇ ਫਾਸਲੇ ਤੇ ਇੱਕ ਬੀਜ, ਇੱਕ ਬੀਜ ਲਾਣਾ ਹੁੰਦਾ? ਹਾਂਜੀ, ਇੱਕ ਬੀਜ। 1 ਫੁੱਟ ਦੇ ਫਾਸਲੇ ਤੇ ਇੱਕ ਬੀਜ ਲਾਣਾ ਹੈ। ਤੇ ਉਹ ਫਿਰ ਫਸਲ ਜਿਹੜੀ ਹੈ ਉਹ 10 ਫੁੱਟ ਲੰਬੀ ਤਕਰੀਬਨ ਉਹਦੀ ਵੇਲ ਹੋ ਜਾਂਦੀ ਹੈ। ਤੇ ਉਹਨੂੰ ਕਿੰਨੇ ਕੁ ਘੀਆ ਕੱਦੂ ਵਗੈਰਾ ਲੱਗ ਜਾਂਦੇ? ਫਲ ਕਿੰਨਾ ਕੁ ਲੱਗਦਾ ਫਿਰ ਉਹਨੂੰ? ਫਲ ਜੇ ਤੇ 10 ਫੁੱਟ ਦੇ ਬਾਏ ਤੇ ਫੁੱਟ ਦੇ ਬਾਏ ਤੇ ਵਾਲੇ ਫਿਰ ਤੇ ਫਲ ਬਤੇਰਾ ਲੱਗ ਜਾਂਦਾ। ਅੱਛਾ, ਅੱਲਾ ਦਾ ਚੂਹੇ ਬਹੁਤ ਢੇਰ ਸਾਰਾ ਲੱਗ ਜਾਂਦਾ ਇਹਨੂੰ। ਅੱਛਾ, ਮਾਸ਼ਾਅੱਲਾ। ਸਹੀ। ਤੇ ਇਹ ਫਿਰ ਕਿੰਨਾ ਕੁ ਯਾਨੀ ਕਿ 2 ਮਾਹ ਬਾਅਦ ਜਿਹਨੂੰ ਫਲ ਲੱਗ ਜਾਂਦਾ ਤੇ ਕਿੰਨੀ ਦੇਰ ਤੱਕ ਇਹ ਫਲ ਲੱਗਦਾ ਰਹਿੰਦਾ? ਇਹ ਤਕਰੀਬਨ 2.5 ਮਹੀਨੇ ਤੱਕ ਜਿਹੜਾ ਨਾ ਮੁਸਲਸਲ ਫਲ ਠੀਕ ਦਿੰਦਾ। ਉਸ ਤੋਂ ਬਾਅਦ ਫਿਰ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਹੀ, ਯਾਨੀ 2 ਮਹੀਨੇ ਜਦੋਂ ਫਸਲ ਲੱਗ ਜਾਂਦੀ ਹੈ ਉਸ ਤੋਂ ਬਾਅਦ 2 ਮਹੀਨੇ ਜਿਹੜੇ 2.5 ਮਹੀਨੇ ਉਸ ਤੋਂ ਬਾਅਦ ਯਾਨੀ 4.5 ਮਹੀਨੇ ਦੀ ਟੋਟਲ ਲੱਗੀ ਰਹਿੰਦੀ ਹੈ। ਤੇ ਉਹ 4.5 ਮਹੀਨੇ ਦੇ ਅੰਦਰ ਯਾਨੀ 2.5 ਮਹੀਨੇ ਤੁਸੀਂ ਫਲ ਲੈਣਾ ਤੇ 2.5 ਮਹੀਨੇ ਜਿਹੜਾ ਨਾ ਜੀ ਉਹ ਤੁਸੀਂ ਇਹ ਜਿਹੜੀ ਫਸਲ 2 ਮਹੀਨੇ ਜਿਹੜੀ ਹੈ ਤੁਸੀਂ ਫਸਲ ਤਿਆਰ ਕਰ ਲੈਣੀ ਹੈ। 4.5 ਮਹੀਨੇ ਤੁਸੀਂ ਵੇਲ ਦੀ ਲਗਾਣੀ ਹੈ। ਤੇ ਇਹਦਾ ਫਲ ਜਿਹੜਾ ਵੇ ਫਿਰ ਉਹਨੂੰ ਕਿਸ ਤਰ੍ਹਾਂ ਮੰਡੀਆਂ ਦੇ ਅੰਦਰ ਫਰੋਖਤ ਕਰਦੇ ਜੀ? ਹਾਂਜੀ, ਮੰਡੀ ਦੇ ਅੰਦਰ ਜਾਂਦਾ ਜੀ, ਤੋੜਿਆਂ 'ਚ ਪੈਕ ਹੋ ਕੇ। ਤੋੜਿਆਂ ਦੇ ਅੰਦਰ ਪਾ ਕੇ ਤੇ ਉੱਥੇ ਕਿਲੋਆਂ ਦੇ ਹਿਸਾਬ ਦੇ ਨਾਲ? ਨਹੀਂ, ਉੱਥੇ ਜੀ ਤੋੜੇ ਦੀ ਬੋਲੀ ਹੁੰਦੀ ਹੈ। ਤੋੜੇ ਦੀ ਬੋਲੀ ਹੁੰਦੀ। ਸਹੀ। ਤੇ ਬੋਲੀ ਫਿਰ ਕਿੰਨੇ ਕੁ ਦਾ ਤੋੜਾ ਵਿਕ ਜਾਂਦਾ? ਕੋਈ ਹੁਣ ਤੋੜਾ ਵੇਖ ਲੈਣਾ ਅੱਛੀ ਯਾਨੀ ਕਿ ਮਾਰਜਨ ਰੋਜ਼ੀ ਅੱਲਾਹ ਪਾਕ ਅੱਛੀ ਜਿਹੜਾ ਨਾ ਦਿੰਦਾ ਇਹਦੇ ਤੇ ਇਹ ਤਕਰੀਬਨ ਇੱਕ ਜਿਹੜਾ ਪੈਕਟ ਬੀਜ ਦਾ ਉਹ ਕਿੰਨੇ ਦਾ ਆ ਜਾਂਦਾ? ਤਕਰੀਬਨ 850 ਦਾ। 850 ਦਾ ਇੱਕ ਪੈਕਟ 50 ਗ੍ਰਾਮ ਦਾ ਜਿਹੜਾ, ਤੇ ਉਹ ਜਿਹੜਾ ਨਾ ਜੀ 8 ਪੈਕਟ ਲੱਗਦੇ ਨੇ। ਹਾਂਜੀ, ਸਹੀ। ਇਹ 50 ਗ੍ਰਾਮ ਦਾ ਯਾਨੀ ਕਿ ਇੱਕ ਕਨਾਲ ਦਾ ਬੀਜ ਜਿਹੜਾ ਹੈ ਉਹ 800 ਰੁਪਏ ਦਾ ਤਕਰੀਬਨ ਪੈ ਜਾਂਦਾ। ਇੱਕ ਕਨਾਲ ਦਾ ਬੀਜ 800 ਰੁਪਏ ਦਾ। ਤੇ ਜਿਹੜੀ ਉਹਦੇ ਚੋਂ ਫਿਰ ਅੱਗੇ ਖਾਦ ਵਗੈਰਾ ਇਹਦੇ ਚ ਕਿੰਨੀ ਦੇਰ ਬਾਅਦ ਪਾਣੀ ਪੈਂਦੀ? ਦੁਬਾਰਾ ਪਾਣੀ ਪੈਂਦੀ ਹੈ? ਹਾਂਜੀ, ਖਾਦ ਇਹਦੇ ਚ ਜੀ ਠੀਕ 15 ਦਿਨਾਂ ਬਾਅਦ ਦੁਬਾਰਾ ਖਾਦ ਪਾਈ ਦੀ, ਤੋੜ ਕੇ ਫਿਰ 15 ਦਿਨ ਬਾਅਦ ਫਿਰ ਖਾਦ ਪਾਈ ਦੀ। ਅੱਛਾ, ਫੇਰ ਹੀ ਲੈਂਦਾ, ਉਸ ਤੋਂ ਬਗੈਰ ਤੇ ਲੈਂਦਾ ਹੀ ਨਹੀਂ। ਸਹੀ, ਯਾਨੀ ਕਿ ਜਦੋਂ ਇੱਕ ਵਾਰ ਇਹਨੂੰ ਬੀਜ ਲਿਆ ਉਦੋਂ 15 ਦਿਨ ਬਾਅਦ ਜਿਹੜਾ ਖਾਦ ਪਾਣੀ। ਖਾਦ ਕਿਹੜੀ ਪਾਣੀ ਹੈ? DAP ਪਾ ਲਓ, ਬਬਲ ਸ਼ੇਪ ਪਾ ਲਓ, DAP ਨਾਈਟ੍ਰੋਫਾਸ ਜਾਂ ਜਿਹੜੀ ਮਰਜ਼ੀ ਖਾਦ ਪਾ ਲਓ, ਸਾਰੀਆਂ ਮਿਕਸ ਕਰਕੇ ਪਾ ਦਿਓ। ਫਿਰ ਵੀ ਚੰਗੀ ਕਿਹੜੀ ਖਾਦ ਹੈ ਵੈਸੇ? ਸਭ ਤੋਂ DAP ਸਭ ਤੋਂ ਅੱਗੇ ਜਾਂਦੀ ਹੈ। ਲੋ ਜੀ, DAP ਖਾਦ ਜਿਹੜੀ ਉਹ ਸਭ ਤੋਂ ਬਿਹਤਰੀਨ ਯਾਨੀ ਕਿ ਖਾਦ ਹੈ ਜਿਹੜੀ ਕਿ ਫਸਲਾਂ ਦੇ ਨਾਲ ਇਹਦੇ ਨਾਲ ਚੱਲਦੀ ਹੈ ਅੱਛੀ। ਤੇ ਇਹ ਦੱਸੋ ਕਿ ਇਹ ਜਿਹੜੀ ਹਰ 15 ਦਿਨ ਬਾਅਦ ਇਹਨੂੰ ਖਾਦ ਪਾਤੀ, ਫਲ ਤੋੜਨ ਤੋਂ ਬਾਅਦ ਫਿਰ ਖਾਦ ਪਾ ਦੇਣੀ ਹੈ। ਪਾਣੀ ਕਿੰਨੀ ਦੇਰ ਬਾਅਦ ਲਾਣਾ ਪੈਂਦਾ? ਪਾਣੀ ਤਕਰੀਬਨ ਇਹਨੂੰ ਤੀਸਰੇ ਦਿਨ ਤੇ ਲਾਜ਼ਮੀ ਹੈ ਨਾ ਪਾਣੀ ਦੇਣਾ। ਤੀਸਰੇ ਦਿਨ ਗਰਮੀ ਦੇ ਅੰਦਰ ਪਾਣੀ ਲਾਜ਼ਮੀ ਦੇਣਾ ਪੈਂਦਾ। ਸਹੀ। ਤੇ ਸਪਰੇਅ ਵਗੈਰਾ ਵੀ ਕੋਈ ਕਰਦੇ ਜੇ? ਹਾਂਜੀ, ਸਪਰੇਅ ਹੁੰਦੀ ਜੀ ਬਹੁਤ। ਉਹ ਕਾਦੇ ਵਾਸਤੇ? ਕੋਈ ਕੀੜੇ ਵਗੈਰਾ? ਯਾਨੀ ਕੀੜਾ ਵਗੈਰਾ ਜਾਂ ਬਿਮਾਰੀ ਵਾਸਤੇ। ਬਿਮਾਰੀ ਮੌਸਮ ਦੀ ਵਜ੍ਹਾ ਤੋਂ ਬਿਮਾਰੀਆਂ ਵੀ ਆ ਜਾਂਦੀਆਂ ਨੇ ਨਾ, ਕਦੇ ਬਾਰਿਸ਼ ਹੋ ਗਈ, ਕਦੇ ਠੰਡ ਹੋ ਗਈ, ਗਰਮੀ ਹੋ ਗਈ। ਹਾਂ, ਸਹੀ। ਇਹ ਜਿਹੜਾ ਹੁਣ ਇਹ ਪੱਤਾ ਹੈ ਇਹ ਪੱਤੇ ਇਹ ਬਿਮਾਰੀ ਦਾ ਹੀ ਅਸਰ ਹੈ। ਬਿਮਾਰੀ ਦਾ ਅਸਰ ਹੈ ਜਿਹੜਾ ਸਰਾਖ ਹੋਏ ਠੀਕ ਹੋ ਗਿਆ। ਠੀਕ। ਤੇ ਇਹ ਹੁਣ ਇਹ ਦੱਸੋ, ਇਹ ਖਾਦ ਲੱਗ ਕੇ ਜਦੋਂ ਚਲੀ ਗਈ ਫਸਲ ਤੇ ਉਸ ਤੋਂ ਬਾਅਦ ਇਹ ਦੁਬਾਰਾ ਵਾਹ ਦਿੰਦੇ ਜੀ ਜਾਂ ਇਹਦੇ ਨਾਲ ਹੀ ਕੋਈ ਨਵੀਂ ਚੀਜ਼ ਕਾਸ਼ਤ ਕਰਦੇ? ਇਹਨੂੰ ਜੀ ਵਾਹ ਕੇ ਦੁਬਾਰਾ ਨਵੇਂ ਸਿਰੇ ਤੋਂ ਜੀ ਨਵੀਂ ਫਸਲ ਬੀਜੀ ਜਾਂਦੀ ਹੈ। ਠੀਕ। ਅੱਛਾ, ਇਹ ਰਹਿਨਮਾਈ ਫਰਮਾਓ ਹੁਣ ਕਿ ਜਿਹੜਾ ਨਾ ਸਾਡੇ ਅਗਰ ਕੋਈ ਦੋਸਤ ਆਪਣੇ ਘਰਾਂ ਦੇ ਅੰਦਰ ਇਸ ਚੀਜ਼ ਦਾ ਸ਼ੌਕ ਰੱਖਦੇ ਨੇ, ਉਹ ਲਾਣਾ ਚਾਹੁੰਦੇ ਨੇ। ਪਹਿਲੇ ਤੇ ਅਸੀਂ ਜਿਹੜੀ ਗੁਫ਼ਤਗੂ ਕੀਤੀ ਉਹ ਤੇ ਆ ਗਈ ਸਾਡੀ ਜਿਹੜੇ ਨਾ ਲੋਕ ਜ਼ਿੰਮੇਦਾਰਾਂ ਦੇ ਵਾਸਤੇ ਜਿਹੜਾ ਨਾ ਸਹੂਲਤ ਕਿਸ ਤਰ੍ਹਾਂ ਉਹ ਕਰ ਸਕਦੇ ਨੇ। ਅਗਰ ਹੁਣ ਕੋਈ ਸਾਡਾ ਸਾਥੀ ਕੋਈ ਦੋਸਤ ਉਹ ਜਿਹੜਾ ਨਾ ਆਪਣੇ ਘਰ ਦੇ ਅੰਦਰ ਲਾਣਾ ਚਾਹੁੰਦਾ, ਇਸ ਚੀਜ਼ ਦਾ ਸ਼ੌਕ ਰੱਖਦਾ, ਤੇ ਉਹਦੇ ਵਾਸਤੇ ਕਿਸ ਤਰੀਕੇ ਦੇ ਨਾਲ ਉਹ ਬੀਜ ਹਾਸਲ ਕਰ ਸਕਦਾ, ਕਿੱਥੋਂ ਬੀਜ ਹਾਸਲ ਕਰ ਸਕਦਾ ਤੇ ਇਹਦਾ ਕੀ ਤਰੀਕਾਕਾਰ ਅਪਣਾਇਆ ਜਾ ਸਕਦਾ? ਜੀ ਉਹ ਵੀ ਦੁਕਾਨਾਂ ਤੋਂ ਮਿਲ ਜਾਂਦਾ, ਆਮ ਖੁੱਲਾ ਵੀ ਮਿਲ ਜਾਂਦਾ ਤੇ ਉਹ ਥੋੜਾ ਵੀ ਮਿਲ ਜਾਂਦਾ, ਜਿੰਨਾ ਚਾਹੀਦਾ ਹੋਵੇ ਉਹਨਾਂ ਵੀ ਮਿਲ ਜਾਂਦਾ। ਜ਼ਰੀ ਜਿਹੜੇ ਸਟੋਰ ਨੇ ਉਹਨਾਂ ਤੋਂ ਪੈਕਟਾਂ 'ਚ ਉਹਨਾਂ ਨੇ ਬੰਦ ਕੀਤਾ ਹੁੰਦਾ, ਉਹਨਾਂ ਦੇ ਕੋਲੋਂ ਜਿਹੜਾ ਨਾ ਜਾ ਕੇ ਤੇ ਉਹ ਲੈ ਸਕਦੇ ਹਾਂ ਅਸੀਂ ਜਿਹੜਾ ਬੀਜ ਜਿੰਨੇ ਮਰਜ਼ੀ ਹੋਣ। ਹਾਂਜੀ। ਤੇ
ਉਹ ਬੀ ਹਾਸਲ ਕਰਕੇ ਤੇ ਉਹਨੂੰ ਗਮਲੇ ਵਗੈਰਾ ਦੇ ਅੰਦਰ ਹਾਂਜੀ ਉਹਨੂੰ ਮਿੱਟੀ ਪਾ ਕੇ ਕਿਸੇ ਚੀਜ਼ 'ਚ ਵੀ ਕੋਈ ਚੀਜ਼ ਵੀ ਬਣਾ ਕੇ ਹੁਣ ਤੇ ਬੜੇ ਬੜੇ ਅਵੇਲੇਬਲ ਹੋ ਗਏ ਨੇ। ਹਾਂਜੀ ਹਾਂਜੀ ਉਹ ਬਣਾ ਕੇ ਦਿੰਦੇ ਨੇ ਪੈਪ ਦੇ ਮਿੱਟੀ ਪਾ ਕੇ ਤੇ ਉਹਦੇ ਘਰਾਂ 'ਚ ਲੱਗ ਜਾਂਦੇ ਨੇ। ਹੁਣ ਉਹ ਮਿੱਟੀ ਪਾ ਕੇ ਉੱਤੇ ਬੀਜ ਲਾ ਦੇ ਉੱਤੇ ਛੱਤ ਤੇ ਰੱਖ ਦੇ ਜ਼ਰਾ ਉਹਨੂੰ ਛਾਂ ਦਾ ਖਿਆਲ ਰੱਖੋ ਧੁੱਪ ਦਾ ਖਿਆਲ ਰੱਖੋ ਜ਼ਿਆਦਾ ਧੁੱਪ ਨਹੀਂ ਲੱਗਣੀ ਚਾਹੀਦੀ ਇਹਨੂੰ। ਅੱਛਾ ਹੁਣ ਇਹ ਜਿਸ ਤਰ੍ਹਾਂ ਹੁਣ ਤੁਸੀਂ ਇਹ ਪੈਲੀਆਂ ਦੇ ਅੰਦਰ ਲੱਗਾ ਹੋਵੇ ਇਹ ਸਾਰੀ ਪੈਲੀ ਆ ਪਿੱਛੇ ਦੇਖੋ ਨਾ ਇਹ ਲੱਗਾ ਕੀ ਆ ਤੇ ਇਹਦੇ ਉੱਤੇ ਧੁੱਪ ਨਹੀਂ ਅਸਰ ਕਰਦੀ? ਧੁੱਪ ਅਸਰ ਕਰਦੀ ਲੇਕਿਨ ਉਹ ਉਸ ਜਗ੍ਹਾ ਤੇ ਦਰਜਾ ਹਰਾਰਤ ਉਹ ਨਹੀਂ ਨਾ ਹੈਗਾ ਜੋ ਇੱਥੇ। ਹਾਂ ਇੱਥੇ ਜ਼ਰਾ ਠੰਡਕ ਹੁੰਦੀ ਹਾਂਜੀ ਇੱਥੇ ਠੰਡਕ ਹੁੰਦੀ ਹਵਾ ਹੈ ਖੁੱਲੀ ਉੱਥੇ ਤੁਸੀਂ ਛੱਤ ਤੇ ਰੱਖਣਾ ਉੱਥੇ ਗਰਮੀ ਵੀ ਜ਼ਿਆਦਾ ਸਰਦੀ ਵੀ ਜ਼ਿਆਦਾ। ਹਾਂ ਠੀਕ ਹੋ ਗਿਆ ਜੀ। ਲੋ ਜੀ ਦੋਸਤੋ ਇਹ ਜਿਹੜੀ ਗੁਫ਼ਤਗੂ ਹੋਈ ਹੈ ਮਸਲੇ ਘੀਆ ਦੇ ਮੁਤਲਕ ਜਿਹੜੇ ਜ਼ਿਮੀਂਦਾਰ ਲੋਕ ਲਾਣਾ ਚਾਹੁੰਦੇ ਨੇ ਬਹੁਤ ਹੀ ਮੁਨਾਫਾ ਵਾਲਾ ਜਿਹੜਾ ਨਾ ਇਹ ਬਿਜ਼ਨਸ ਹੈ ਹਾਂਜੀ ਤੇ ਇਹ ਬਹੁਤ ਕਮ ਅਰਸੇ ਦੇ ਅੰਦਰ ਇਹ ਚੀਜ਼ ਫਲ ਹਾਸਲ ਕੀਤਾ ਜਾਂਦਾ ਯਾਨੀ ਕਿ 2 ਮਹੀਨੇ ਦੇ ਅੰਦਰ ਤੁਹਾਡੀ ਫਸਲ ਤਿਆਰ ਹੋ ਜਾਂਦੀ ਹੈ। ਬੀਜਣ ਤੋਂ ਬਾਅਦ ਜਦੋਂ ਤੁਸੀਂ ਫਸਲ ਬੀਜ ਲੈਂਦੇ ਜੇ ਉਸ ਤੋਂ 2 ਮਾਹ ਬਾਅਦ ਇਹ ਤੁਹਾਨੂੰ ਫਲ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 2.5 ਮਹੀਨੇ ਫਿਰ ਤੁਸੀਂ ਜਿਹੜਾ ਨਾ ਇਹਦੇ ਤੋਂ ਫਲ ਹੀ ਲੈਂਦੇ ਰਹਿੰਦੇ ਜੇ ਤੇ ਉਹ ਫਲ ਲੈ ਕੇ ਤੁਸੀਂ ਮੰਡੀਆਂ 'ਚ ਵੇਚੋ ਆਪ ਖਾਓ ਜਿਸ ਤਰ੍ਹਾਂ ਵੀ ਕੰਮ ਜਿਹੜਾ ਨਾ ਇਹ ਲੋਕਾਂ ਨੂੰ ਤੱਕ ਪਹੁੰਚਾਓ ਮੰਡੀਆਂ 'ਚ ਤੇ बेहतरीन मुनाफा है। तो ਜਿਹੜੇ ਲੋਕ ਜ਼ਿੰਮੇਦਾਰ ਸਨ ਉਹਨਾਂ ਵਾਸਤੇ ਤਫਸੀਲੀ ਗੁਫ਼ਤਗੂ ਹੋਈ ਹੈ ਕਿ ਉਹ ਕਿਸ ਤਰ੍ਹਾਂ ਜਿਹੜਾ ਨਾ ਇਹਨੂੰ ਬੀਜ ਕੇ ਤੇ ਇਹਦੇ ਤੋਂ ਮੁਨਾਫਾ ਹਾਸਲ ਕਰ ਸਕਦੇ ਨੇ। ਇਸੇ ਤਰ੍ਹਾਂ ਇਸ ਤੋਂ ਬਾਅਦ ਜਿਹੜੇ ਲੋਕ ਘਰਾਂ ਦੇ ਅੰਦਰ ਇਸ ਚੀਜ਼ ਦਾ ਲਾਉਣ ਦਾ ਸ਼ੌਕ ਰੱਖਦੇ ਨੇ ਉਹ ਘਰਾਂ 'ਚ ਵੀ ਇਹਨੂੰ ਲਾ ਸਕਦੇ ਨੇ। ਇੱਕ ਗਮਲਾ ਲੈ ਕੇ ਉਹਦੇ ਅੰਦਰ ਮਾਰਕੀਟ ਤੋਂ ਤੁਹਾਨੂੰ ਜ਼ਰੀ ਫਾਰਮਾਂ ਤੋਂ ਬੀਜ ਮਿਲ ਜਾਣਗੇ। ਉਹ ਬੀਜ ਲੈ ਕੇ ਤੇ ਉਹ ਮਿੱਟੀ ਉਹਦੇ 'ਚ ਗਮਲੇ 'ਚ ਪਾ ਕੇ ਉਹਦੇ ਵਿੱਚ ਤੁਸੀਂ ਬੀਜ ਲਾ ਦੇਣਾ ਨਾਲ ਉਹਦੀ ਖਾਦ ਜਿਹੜੀ ਹੈ अपना नर्सरी वगैरह उतों भी खाद मिल ते ये जरा ना नर्सरी फार्म तो जरा तुहानू खाद मिल जाएगी या DAP की खाद लै लवो। ये खाद लैके ते तुसी ओ फसल बीज लो ये जड़ियाँ वल्लां 2-3 वल्लां ला लवो ते तुहाडा घर च खाण वास्ते बेहतरीन ये जड़ी है ना चीज़ बन जाएगी। तो इस वास्ते तुसी ये ताज़ा सब्जियां घरां दे अंदर खाओ तो ताज़ा सब्जियां लगाओ। अगे भी तुहाडे तक कई वीडियो असीं पहुँचा चुके हैं मज़ीद इंशाल्लाह पहुँचाते रवांगे। तो मैं अपने जोड़े दूसरे भाई ने साढ़े नाल हाफिज़ मोहम्मद हारून साहब मैं उन्होंने अगे भी गुजारिश करना वो भी तुहानू जरा ना इंशाल्लाह इस हवाले ना मुकम्मल ब्रीफिंग देंदे ने कि थोड़ी जी और सुनन वाले भाइयों नू अस्सलाम वालेकुम वरहमतुल्लाह। वालेकुम सलाम। मोहतरम भाइयों दोस्तों जड़े सानू देख रहे जे सुन रहे जे तुसी माशाअल्लाह बड़ियां अच्छियां अच्छियां बातां कद्दू दे बारे सुनिया ने। थोड़ा जा इजाफा मैं करना चाह रहा वां कि कद्दू सब्जियां दे विचों एक बड़ी अहम फसल है बड़ी अहम सब्जी है कि कद्दू नबी पाक सल्लल्लाहु अलैहि वसल्लम नू कद्दू बड़ा पसंद सी। आप सल्लल्लाहु अलैहि वसल्लम एक दावत ते गए आप सल्लल्लाहु अलैहि वसल्लम सालन दे विचों कद्दू दे टुकड़ियां नू तलाश कर करके खांदे रहे। सहाबा कराम ने देखा तो उस तो बाद सहाबा कराम भी कद्दू दे नाल प्यार ते मुहब्बत करन लग पे उन्होंने शौक नाल खाना शुरू हो गए। इस वास्ते अक्सर लोग कद्दू नू खसूसन घरां दे अंदर बच्चे पसंद नहीं करते खांदे नहीं। सानू चाहिए ते सुन्नत समझ के असी कद्दू नू खाया करिए। और वैसे भी जो मुआलिज ने हकीम ने डॉक्टर ने तिब्बी माहिरीन ने वो कहते हैं कि कद्दू के अंदर अल्लाह ताला ने बड़ी तकवीयत रखी है कि इंसान दे दिमाग नू कुव्वत मुहैया करता है। कद्दू बंदे दे दिमाग नू कुव्वत बंदे दे दिमाग नू तेज़ करता है और इस तरह कद्दू खान दे नाल नाल इंसान हशाश और बशाश जिंदगी गुजारता है। और दूसरी बात के कद्दू 2 मौसमां दे अंदर लगाया जाता है। पहला मौसम उनका नाम है अगेता अगाओ। वो है कि जनवरी 1 जनवरी तो 15 जनवरी तक असी अपनी कद्दू के बीज नू खेत के अंदर लगा लीए तो उनका सानू आने वाले वक्त के अंदर मार्केट के अंदर बड़ा अच्छा मुनाफा मिल जाता है। मगर उनके वास्ते चूँकि जनवरी के अंदर सर्दी की शिद्दत होंदी है बीज लगाने तो बाद प्लास्टिक के नाल या काई दे नाल जो छौरा करते हैं काई उनके नाल बीज नू ढांपना पैंदा ताकि बीज सर्दी के नाल गले ना सड़े ना।
और दूसरा पचेथा गाओ कि लेट लाना, भारी घिया लाना भी जिन्हों पंजाबी के अंदर कहा जाता है, वो है कि मार्च के अंदर जदों सर्दी की शिद्दत खत्म हो जाती है उस टाइम कद्दू के बीज नूं खेत के अंदर लगाया जाए। उनका सानू फायदा यह हुंदा है कि सानू उनके उपर किसी किस्म का साया करन की जरूरत नहीं हुंदी, प्लास्टिक वगैरह लगाने की जरूरत नहीं हुंदी। थोड़े खर्चे के अंदर असी कद्दू की फसल नूं काश्त कर सकते हैं। मगर उनका मार्केट के अंदर चूँकि उस टाइम बहुत ज़्यादा लोगों का कद्दू आना शुरू हो जाता है, इस वास्ते उनका बस टाइम ज़्यादा अच्छा बेनीफिट नहीं हुंदा। इस वास्ते मेरी तमाम जिमीदार भरावां नूं और देखण वालियां नूं, सुनन वालियां नूं या किचन गार्डन का शौक रखण वालियां अगे गुजारिश है, रिक्वेस्ट है कि अगर तुसी कद्दू की फसल नूं बतौरे बिजनेस करना चाहते जे तो तुसी इहनूं दसंबर ते आखिर ते तुहाडी हर चीज़ रेडी होए, 5 तो 10 जनवरी तक तुसी अपने खेत के अंदर फुल तैयारी दे नाल कद्दू के बीज नूं लगा के ऊपर प्लास्टिक शीट करके ते इंशाअल्लाह फिर इस तरह होएगा कि मार्च के अंदर लोग कद्दू लगा रहे होंगे तो तुसी इंशाअल्लाह अल्लाह की रहमत दे नाल कद्दू तोड़ के ते मार्केट के अंदर लैके जाओगे, जिंदा तुहानूं बहुत ज़्यादा नफ़ा होएगा। इस वास्ते साडे कोलों मज़ीद इस तरह दीयां बातां सीखण वास्ते और साडे कोलों मशवरा लैण वास्ते जड़ा चाहे असी इंशाअल्लाह मौजूद हाँ। असी इंशाअल्लाह फ्री तुहानूं मशवरे भी देंगे, दवाइयां दे बारे भी तुहाडी रहनुमाई करांगे। असी चाहते हैं कि पाकिस्तान एक ज़री मुल्क है और तरक्की पजीर मुल्क है। लोगों नूं ज़्यादा तो ज़्यादा ज़राअत दा शऊर दिलाया जाए ताकि लोग मईशत बेहतर कर लैन, बेरोज़गारी का खात्मा होए मुल्क के अंदर और मुल्क के अंदर ज़राअत दा राज होए। पाकिस्तान वाकई एक तरक्की याफ्ता मुल्क बन जाए। अस्सलाम वालेकुम। लो जी दोस्तों, ऐसन साढ़े साथी मोहतरम जनाब हाफिज़ मोहम्मद हारून साहब जिन्हों ने मुकम्मल तफसील दे नाल ये सारी गुफ्तगू तुहाडे सामने एक मरतबा फिर रखी है। तो जे तुहानूं साडी अज दी ये वीडियो पसंद आई है तो मैं तुहाडे अगे गुजारिश करांगा कि साडे चैनल नूं सबसक्राइब करो और घंटी वाला बटन ज़रूर दबाओ, फिर उहदे नाल साडी हर आने वाली वीडियो तुहाडे तक पहुँच जाएगी। तो अगर साडी वीडियो तुहानूं पसंद आई है इनू लाइक करो, शेयर करो और कमेंट करो। अगर कोई जिहड़ा तुसी सवाल करना चाहते जे या कोई भी मालूमात वास्ते वीडियो तुसी हासिल करना चाहते जे सानू कमेंट करया करो। असी इंशाअल्लाह कोशिश करांगे कि तुहानूं ओह मालूमात वगैरह फराहम